Hello, dear aspirants. I welcome you all on this beautiful platform of Verma Academy. So, as you all know, vocabulary ਜਿਹੜੀ ਇੱਕ ਸੀਰੀਜ਼ ਆ ਸਟਾਰਟ ਕੀਤੀ ਹੈ ਜਿਹਦੇ ਵਿੱਚ ਆਪਾਂ ਇੰਗਲਿਸ਼ vocab ਨਾਲ ਰਿਲੇਟਡ ਕੁਝ ਜਿਹੜੇ ਆਪਣੇ ਵਰਡ ਹੁੰਦੇ ਆ ਉਹਨਾਂ ਨੂੰ ਡਿਸਕਸ ਕਰਦੇ ਹੁੰਦੇ ਆ ਜਿਨ੍ਹਾਂ ਵਿੱਚ ਆਪਣੇ ਸਿਨੋਨਿਮ ਐਂਟੀਨਮ ਵਨ ਵਰਡ ਸਬਸਟੀਟਿਊਸ਼ਨ ਈਡੀਅਮ ਫਰੇਜ਼ਸ ਆਪਣੇ ਐਡ ਹੁੰਦੇ ਆ ਅੱਜ ਤਾਂ ਆਪਾਂ ਪੰਜ ਸੱਤ ਜਿਹੜੇ ਹਰ ਰੋਜ਼ ਵਰਡ ਹੈ ਜਿਹੜੇ ਉਹ ਡਿਸਕਸ ਕਰਦੇ ਆ ਤਾਂ ਜੋ ਤੁਹਾਡਾ vocab ਪੋਰਸ਼ਨ ਹੈ ਗ੍ਰਾਮਰ ਦੇ ਨਾਲ ਉਹ ਵੀ ਬੂਸਟ ਹੋ ਸਕੇ ਹਾਂਜੀ ਲਾਸਟ ਜਿਹੜੀ ਆਪਣੀ ਕਲਾਸ ਹੈ vocabulary ਉਹ ਹੈ 7th ਕਲਾਸ ਆਫ ਇੰਗਲਿਸ਼ vocab ਜਿਹੜੀ ਕਿ ਆਪਾਂ ਟ੍ਰਿਕਸ ਦੇ ਨਾਲ ਨਿਊਮਰਸ ਦੇ ਨਾਲ ਸਿੱਖਣੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਾਂਗੇ ਵਿਦ ਸਿਨੋਨਿਮ ਐਂਟੀਨਮ ਸਿਨੋਨਿਮ ਐਂਟੀਨਮ ਜਿਹਨਾਂ ਨੂੰ ਆਪਾਂ ਸਮਾਨਾਰਥੀ ਤੇ ਵਿਰੋਧੀ ਸ਼ਬਦ ਕਹਿੰਦੇ ਹਾਂ ਹਾਂਜੀ ਤਾਂ ਫਰਸਟ ਵਰਡ ਜਿਹੜਾ ਆਪਾਂ ਡਿਸਕਸ ਕਰਨਾ ਹੈ ਦੈਟ ਇਜ਼ ਅਸਿਸਟ ਅਸਿਸਟ ਦਾ ਮਤਲਬ ਕੀ ਹੁੰਦਾ ਹੈ ਬੇਸਿਕਲੀ ਆਪਾਂ ਯੂਜ਼ ਕਰਦੇ ਹਾਂ ਨਾ ਵਰਡ ਅਸਿਸਟੈਂਟ ਅਸਿਸਟੈਂਟ ਕਾਰੇ ਵਾਸਤੇ ਹੁੰਦੇ ਆ ਅਸਿਸਟੈਂਟ ਕਾਰੇ ਵਾਸਤੇ ਹੁੰਦੇ ਜੀ ਤੁਹਾਡੇ ਕੋਲੇ ਹੈਲਪ ਕਰਨ ਵਾਸਤੇ ਜਿਵੇਂ ਅਸਿਸਟੈਂਟ ਮੈਨੇਜਰ ਹੋ ਗਿਆ ਅਸਿਸਟੈਂਟ ਆਫੀਸਰ ਹੋ ਗਿਆ ਤੇ ਇਸ ਤਰੀਕੇ ਨਾਲ ਤੁਹਾਡੇ ਕੋਲੇ ਵਰਡ ਅਸਿਸਟੈਂਟ ਜਿਹੜਾ ਤੁਸੀਂ ਯੂਜ਼ ਕਰਦੇ ਹੋ ਕਾਹਦੇ ਵਾਸਤੇ ਹੁੰਦਾ ਜੀ ਉਹ ਸਹਾਇਤਾ ਕਰਨ ਵਾਲਾ ਕੋਈ ਪਰਸਨ ਹੁੰਦਾ ਸੋ ਅਸਿਸਟੈਂਟ ਦਾ ਯਾਦ ਰੱਖ ਲੈਣਾ ਕਿ ਅਸਿਸਟ ਦਾ ਮੀਨਿੰਗ ਕੀ ਹੈ ਸਹਾਇਤਾ ਕਰਨਾ ਸਿਨੋਨਿਮ ਆ ਜਾਣਗੇ ਹੈਲਪ ਫੈਸਿਲਿਟੇਟ ਔਰ ਏਡ ਹੈਲਪ ਫੈਸਿਲਿਟੇਟ ਔਰ ਏਡ ਇਹ ਕੀ ਨੇ ਤੁਹਾਡੇ ਮੀਨਿੰਗ ਨੇ ਕਿਹਦੇ ਅਸਿਸਟ ਦੇ ਮਤਲਬ ਕਿ ਇਹਨਾਂ ਦਾ ਸਾਰਿਆਂ ਦਾ ਸਹਾਇਤਾ ਕਰਨਾ ਸਿਨੋਨਿਮ ਨੇ ਨੈਕਸਟ ਜੇ ਆਪਾਂ ਦੇਖੀਏ ਐਂਟੀਨਮਸ ਮਤਲਬ ਵਿਰੋਧੀ ਸ਼ਬਦ ਮਤਲਬ ਕੀ ਹੋ ਜਾਏ ਤੁਹਾਡੇ ਕੋਲੇ ਸਹਾਇਤਾ ਕਰਨਾ ਦਾ ਆਪੋਜ਼ਿਟ ਕੀ ਹੋ ਜਾਏਗਾ ਜੀ ਤੁਹਾਡੇ ਕੋਲੇ ਕਿਸੇ ਚੀਜ਼ ਦੇ ਵਿੱਚ ਤੁਸੀਂ ਔਕੜ ਪੈਦਾ ਕਰ ਰਹੇ ਹੋ ਟਿੱਕਾ ਪੈਦਾ ਕਰ ਰਹੇ ਹੋ ਹਾਂਜੀ ਤੇ ਕੀ ਹੈ ਆਪਣੇ ਕੋਲੇ ਵਰਡ ਆਬਸਟਰਕਟ ਆਬਸਟਰਕਟ ਦਾ ਮਤਲਬ ਕੀ ਹੁੰਦਾ ਹੈ ਰੁਕਾਵਟ ਪੈਦਾ ਕਰਨਾ ਨੈਕਸਟ ਵਰਡ ਹੈ ਹਿੰਡਰ ਅਗੇਨ ਇਹਦਾ ਮੀਨਿੰਗ ਵੀ ਕੀ ਹੁੰਦਾ ਹੈ ਤੁਹਾਡੇ ਕੋਲੇ ਰੁਕਾਵਟ ਪੈਦਾ ਕਰਨਾ ਹਾਂਜੀ ਤਾਂ ਆਪਾਂ ਵਰਡ ਕੀਤਾ ਅਸਿਸਟ ਮੀਨਿੰਗ ਕੀ ਹੈ ਸਹਾਇਤਾ ਕਰਨਾ ਹੈਲਪ ਫੈਸਿਲਿਟੇਟ ਐਂਡ ਏਡ ਆਪਣੇ ਕੋਲੇ ਸਿਨੋਨਿਮ ਨੇ ਐਂਟੀਨਮ ਵਰਡ ਹੈ obstruct ਔਰ hinder ਨੈਕਸਟ ਵਰਡ that we have to discuss is ਆਸੂ ਤੇਜ ਤਾਂ ਇਹਨੂੰ ਤੁਸੀਂ ਯਾਦ ਰੱਖ ਲੈਣਾ ਆਸੂ ਤੋਂ ਹੁਣ ਆਸੂ ਦਾ ਮਤਲਬ ਕੀ ਹੁੰਦਾ ਆਪਣੇ ਕੋਲੇ ਅੱਖਾਂ ਤੋਂ ਆਉਣ ਵਾਲੇ ਹੰਝੂ ਟੀਅਰਸ ਤਾਂ ਆਸੂ ਨੂੰ ਯਾਦ ਰੱਖਣਾ ਹੈ ਹੁਣ ਜੋ ਇੱਕ ਜੇ ਕੋਈ ਪਰਸਨ ਹੈ ਬਹੁਤ ਜ਼ਿਆਦਾ ਰੌਲਾ ਪਾ ਰਿਹਾ ਸੀ ਬਹੁਤ ਜ਼ਿਆਦਾ ਬੋਲ ਰਿਹਾ ਸੀ ਜਦੋਂ ਉਹਨੇ ਰੋਣਾ ਸਟਾਰਟ ਕਰਤਾ ਤਾਂ ਉਹ ਸ਼ਾਂਤ ਹੋ ਜਾਏਗਾ ਨਾ ਤਾਂ ਇੱਕ ਵਾਰ ਰੋਣ ਵਾਲਾ ਜਿਹੜਾ ਬੰਦਾ ਸ਼ਾਂਤ ਹੋ ਜਾਂਦਾ ਸੋ ਆਪਾਂ ਕਹਿ ਦਿੰਦੇ ਨਾ ਮੈਨੂੰ ਰੋ ਲੈ ਥੋੜਾ ਜਿਹਾ ਤੂੰ ਮਾੜਾ ਜਿਹਾ ਤੇਰਾ ਸਹੀ ਹੋ ਜਾਊਗਾ ਸਾਰਾ ਕੁਝ ਤਾਂ ਤੁਸੀਂ ਸ਼ਾਂਤ ਕਰਨਾ ਹੈਗਾ ਮੀਨਿੰਗ ਹੈ ਜਿਹੜਾ ਯਾਦ ਰੱਖਣਾ ਹੈ ਆਂਸੂ ਇਹ ਟੀਅਰਸ ਤੋਂ ਯਾਦ ਰੱਖ ਲੈਣਾ ਹੈ ਤਾਂ ਮੀਨਿੰਗ ਹੈ ਸ਼ਾਂਤ ਕਰਨਾ ਸਿਨੋਨਿਮ ਕੀ ਆ ਜਾਣਗੇ ਤੁਹਾਡੇ ਕੋਲੇ ਮੋਲੀਫਾਈ ਔਰ ਐਲੀਵੇਟ ਤਾਂ ਇਹਨਾਂ ਦਾ ਮੀਨਿੰਗ ਵੀ ਕੀ ਹੈ ਤੁਹਾਡੇ ਕੋਲੇ ਕਿਸੇ ਚੀਜ਼ ਨੂੰ ਘੱਟ ਕਰਨਾ ਸ਼ਾਂਤ ਕਰਨਾ ਐਂਟੀਨਮਸ ਦੇ ਵਿੱਚ ਆਪਾਂ ਕੀ ਕਰਾਂਗੇ ਕਿਸੇ ਨੂੰ ਭੜਕਾਉਣਾ ਤਾਂ ਕੀ ਆ ਜਾਏਗਾ ਤੁਹਾਡੇ ਕੋਲੇ ਪ੍ਰੋਵੋਕ ਐਂਡ ਐਗਰਾਵੇਟ ਪ੍ਰੋਵੋਕ ਐਂਡ ਐਗਰਾਵੇਟ ਐਂਟੀਨਮਸ ਨੇ ਵਰਡ ਆਸੂ ਏਜ ਦੇ ਤਾਂ ਹੁਣ ਆਸੂ ਏਜ ਜਾਂ ਤੁਸੀਂ ਸਿੰਪਲ ਆਸੂ ਏਜ ਦੇ ਟੀਅਰਸ ਤੋਂ ਨਹੀਂ ਯਾਦ ਰੱਖਣਾ ਤਾਂ ਟੀਅਰ ਗੈਸ ਤੋਂ ਯਾਦ ਰੱਖ ਸਕਦੇ ਹੋ ਹੁਣ ਟੀਅਰ ਗੈਸ ਕਾਦੇ ਵਾਸਤੇ ਸਿੱਟੀ ਜਾਂਦੀ ਹੈ ਤੁਹਾਡੇ ਕੋਲੇ ਕਈ ਵਾਰ ਜਦੋਂ ਕਿ ਬਾਰਿਸ਼ ਜ਼ਿਆਦਾ ਭੀੜ ਹੋਵੇ ਜੇ ਉਹ ਜ਼ਿਆਦਾ ਨਾ ਆਪਾਂ ਕਹਿ ਲਓ ਧਰਨੇ ਵਗੈਰਾ ਤੇ ਨਾਰੇ ਵਗੈਰਾ ਦੇ ਰਹੀ ਹੈ ਤਾਂ ਤੁਸੀਂ ਕੀ ਕਰੋਗੇ ਉਹਨਾਂ ਦੇ ਇਤਿਹਾਸ ਦੇ ਆਲੂ ਗੈਸ ਦੇ ਕੋਲੇ ਸਿੱਟੇ ਜਾਂਦੇ ਨੇ ਤਾਂ ਉਹ ਵਾਲੀ ਚੀਜ਼ ਕਾਦੇ ਵਾਸਤੇ ਹੁੰਦੀ ਹੈ ਸ਼ਾਂਤ ਕਰਨ ਵਾਸਤੇ ਹੁੰਦੀ ਹੈ ਤਾਂ ਸਿਨੋਨਿਮ ਕੀ ਹੋ ਜਾਏਗਾ ਤੁਹਾਡੇ ਕੋਲੇ ਮੋਲੀਫਾਈ ਐਲੀਵੇਟ ਆਪੋਜ਼ਿਟ ਹੈ ਤੁਹਾਡੇ ਕੋਲੇ ਪ੍ਰੋਵੋਕ ਔਰ ਐਗਰਾਵੇਟ ਨੈਕਸਟ ਵਰਡ ਜਿਹੜਾ ਆਪਾਂ ਡਿਸਕਸ ਕਰਾਂਗੇ ਜੀ ਉਹ ਹੈ ਵਿਜ਼ੈਰ ਵਿਜ਼ੈਰ ਤਾਂ ਮੀਨਿੰਗ ਕੀ ਹੁੰਦਾ ਵਿਜ਼ੈਰ ਦਾ ਤਾਂ ਇਹ ਤੁਸੀਂ ਯਾਦ ਰੱਖ ਲਿਓ ਬਾਜ਼ਾਰ ਤੋਂ ਵਿਜ਼ੈਰ ਵਰਡ ਯਾਦ ਰੱਖ ਲੈਣਾ ਤੁਸੀਂ ਬਾਜ਼ਾਰ ਤੋਂ ਬੇਸਿਕਲੀ ਜੇ ਦੇਖਿਆ ਜਾਵੇ ਤਾਂ ਬਾਜ਼ਾਰ ਆਪਾਂ ਪਾਈਏ ਬੀ ਜ਼ੈਡ ਏ ਆਰ ਐਵੇਂ ਜੇ ਕਰਕੇ ਪਾ ਲਾਂਗੇ ਤਾਂ ਉਹਨੇ ਡਿਜ਼ਾਇਰ ਜਿਹਾ ਲਿਖਿਆ ਹੋਰ ਹੀ ਕੋਈ ਆਪਣੇ ਕੋਲ ਲੈਟਰਸ ਯੂਜ਼ ਕੀਤੇ ਹੋਏ ਆ ਤਾਂ ਆਪਾਂ ਕੀ ਕਹਾਂਗੇ ਵੀ ਇਹ ਖਰਾਬ ਜਿਹਾ ਲੱਗ ਰਿਹਾ ਅਜੀਬ ਜਿਹਾ ਲੱਗ ਰਿਹਾ ਐਵੇਂ ਨਹੀਂ ਪੈਂਦਾ ਬਾਜ਼ਾਰ ਤਾਂ ਐਵੇਂ ਪਊਗਾ ਤਾਂ ਆਪਾਂ ਕੀ ਕਰਨਾ ਬਾਜ਼ਾਰ ਤੋਂ ਯਾਦ ਰੱਖ ਲੈਣਾ ਇਹ ਵਾਲੇ ਵਰਡ ਦਾ ਮੀਨਿੰਗ ਕੀ ਹੁੰਦਾ ਹੈ ਅਜੀਬ ਤਾਂ ਮੀਨਿੰਗ ਕੀ ਹੁੰਦਾ ਜੀ ਅਜੀਬ ਇਹੋ ਜਿਹੀ ਚੀਜ਼ ਜਿਹੜੀ ਤੁਹਾਡੇ ਵਾਸਤੇ ਅਜਨਬੀ ਜੀ ਹੋਵੇ ਹਾਂਜੀ ਤਾਂ ਸਿਨੋਨਿਮ ਕੀ ਆ ਜਾਣਗੇ ਔਡ ਵੀਅਰਡ ਔਰ ਅਨਯੂਜ਼ੁਅਲ ਜਾਂ ਤੁਸੀਂ ਸਟ੍ਰੇਂਜ ਆ ਜਿਹੜਾ ਯੂਜ਼ ਕਰ ਸਕਦੇ ਹੋ ਤਾਂ ਟ੍ਰੇਨ ਦਾ ਮੀਨਿੰਗ ਵੀ ਕੀ ਹੁੰਦਾ ਤੁਹਾਡਾ ਅਜੀਬ ਹੀ ਹੁੰਦਾ ਹੈ ਹਾਂਜੀ ਤਾਂ ਬਿਜ਼ਾਰ ਮੀਨਿੰਗ ਹੈ ਅਜੀਬ ਔਡ ਵੀਅਰਡ ਔਰ ਅਨਯੂਜ਼ੁਅਲ ਤੁਹਾਡੇ ਕੋਲੇ ਸਿਨੋਨਿਮ ਨੇ ਐਂਟੀਨਮ ਵਰਡ ਹੈ ਜੀ ਤੁਹਾਡੇ ਕੋਲੇ ਯੂਜ਼ੁਅਲ ਆਰਡੀਨਰੀ ਯੂਜ਼ੁਅਲ ਔਰ ਆਰਡੀਨਰੀ ਮਤਲਬ ਜਿਹੜੀ ਚੀਜ਼ ਆਪਾਂ ਕਹਿ ਲਓ ਰੈਂਡਮਲੀ ਹੁੰਦੀ ਰਹੇ ਜਾਂ ਕੰਟੀਨਿਊਸ ਕਿਸੇ ਤਰੀਕੇ ਨਾਲ ਹੁੰਦੀ ਰਹੇ ਤਾਂ ਤੁਸੀਂ ਜਦੋਂ ਤੱਕ ਜਾਣੋ ਅਜੀਬ ਨਹੀਂ ਹੈ ਤਾਂ ਤੁਸੀਂ ਯੂਜ਼ੁਅਲ ਔਰ ਆਰਡੀਨਰੀ ਹੈ ਜਿਹੜਾ ਉਹਦੇ ਵਾਸਤੇ ਯੂਜ਼ ਕਰ ਸਕਦੇ ਹੋ ਅੱਗੇ ਤੁਹਾਡੇ ਕੋਲੇ ਵਰਡ ਦੈਟ ਇਜ਼ ਬੈਲੀ ਗ੍ਰੈਂਟ ਤਾਂ ਹੁਣ ਇਹ ਬੈਲੀ ਤੋਂ ਜਾ ਰੱਖ ਸਕਦੇ ਹੋ ਹੁਣ ਬੈਲੀ ਤਾਂ ਸਾਰਿਆਂ ਨੂੰ ਪਤਾ ਹੀ ਹੁੰਦਾ ਹੈ ਕਿਵੇਂ ਕਾਹਦੇ ਵਾਸਤੇ ਕੀ ਕਰਦੇ ਹੁੰਦੇ ਵੇਲੀ ਤੇ ਜ਼ਿਆਦਾਤਰ ਕੀ ਕੰਮ ਹੁੰਦਾ ਨਾ ਲੜਾਈ ਝਗੜੇ ਕਰਨਾ ਤਾਂ ਵੇਲੀ ਤੋਂ ਜ਼ਿਆਦਾ ਰੱਖ ਲੈਣਾ ਵੇਲੀ ਕਰੰਟ ਦਾ ਮੀਨਿੰਗ ਕੀ ਹੁੰਦਾ ਹੈ ਲੜਾਕੂ ਕੋਈ ਪਰਸਨ ਜਿਹੜਾ ਬਾਹਲਾ ਜ਼ਿਆਦਾ ਲੜਾਕੂ ਹੈ ਮਤਲਬ ਵੈਲੀ ਹੈ ਤਾਂ ਤੁਸੀਂ ਯੂਜ਼ ਕਰੋਗੇ ਵੈਲੀ ਕਰੰਟ ਵਰਡ ਤੇ ਸਿਨੋਨਿਮ ਦੇ ਵਿੱਚ ਤੁਹਾਡੇ ਕੋਲ ਮੀਨਿੰਗ ਕੀ ਆ ਜਾਣਗੇ ਹੋਸਟਾਈਲ ਕੰਟੈਂਚੁਅਸ ਔਰ ਐਂਟੈਗੋਨਿਸਟਿਕ ਹੋਸਟਾਈਲ ਕੰਟੈਂਚੁਅਸ ਔਰ ਐਂਟੈਗੋਨਿਸਟਿਕ ਤਾਂ ਹੁਣ ਤੁਹਾਨੂੰ ਇੱਕ ਹੋਰ ਵਰਡ ਜਿਹੜਾ ਇੱਥੇ ਨਵਾਂ ਦੇਖਣ ਨੂੰ ਮਿਲਿਆ ਐਂਟਾਗੋਨਿਸਟਿਕ ਤਾਂ ਇਹ ਵਿਲਨ ਹੁੰਦੇ ਜਿਵੇਂ ਆਪਣੀ ਕੋਈ ਮੂਵੀਜ਼ ਵਗੈਰਾ ਆਪਾਂ ਦੇਖਦੇ ਹਾਂ ਤਾਂ ਉੱਥੇ ਵਿਲਨ ਯੂਜ਼ ਕੀਤਾ ਇੱਕ ਤਾਂ ਹੀਰੋ ਹੁੰਦਾ ਇੱਕ ਵਿਲਨ ਹੁੰਦਾ ਤੇ ਵਿਲਨ ਹੁੰਦਾ ਜਿਹੜਾ ਉਹਨੂੰ ਐਂਟੈਗੋਨਿਸਟ ਕਿਹਾ ਜਾਂਦਾ ਹੈ ਐਂਟੈਗੋਨਿਸਟ ਕਿਹਾ ਜਾਂਦਾ ਹੈ ਤੇ ਜਿਹੜਾ ਆਪਣੇ ਕੋਲ ਹੀਰੋ ਹੁੰਦਾ ਹੈ ਉਹਨੂੰ ਪ੍ਰੋਟੈਗੋਨਿਸਟ ਕਿਹਾ ਜਾਂਦਾ ਹੈ ਤਾਂ ਐਂਟੈਗੋਨਿਸਟ ਐਂਡ ਪ੍ਰੋਟੈਗੋਨਿਸਟ ਤੁਸੀਂ ਇੱਥੇ ਯਾਦ ਰੱਖਣਾ ਹੈ ਐਂਟੈਗੋਨਿਸਟ ਇਜ਼ ਅ ਵਿਲਨ ਦੇ ਲਈ ਯੂਜ਼ ਕੀਤਾ ਜਾਂਦਾ ਵਰਡ
हाँ, वो विलेन की काम करने कोई खराब जा काम करेंगे ना तो उत्थे ਇਹਦਾ मीनिंग ਕੀ ਆਏਗਾ ਆਪਣੇ ਕੋਲੇ ਬੈਲੀਗਰੈਂਟ दैट इज लड़ाकू कंटेंशियस एंड हॉस्टाइल ਕੀ ਹੈ ਤੁਹਾਡੇ ਕੋਲੇ सिनोनिम ਨੇ एंटोनिम ਦੇ ਵਿੱਚ ਵਰਡ ਆਪਣੇ ਕੋਲੇ ਪੈਸੀਫਿਸਟ ਐਂਡ ਫ੍ਰੈਂਡਲੀ ਕੋਈ ਪਰਸਨ ਜਿਹੜਾ ਬਹੁਤ ਜ਼ਿਆਦਾ ਕਹਿ ਲਓ ਸ਼ਾਂਤਮਈ ਦਾ ਹੋਵੇ ਪੈਸੀਫਿਸਟ ਹੋਵੇ ਅੱਗੇ ਤੁਹਾਡੇ ਕੋਲੇ ਵਰਡ ਹੈ ਫ੍ਰੈਂਡਲੀ ਦਾ ਮਤਲਬ ਕੀ ਹੁੰਦਾ ਹੈ ਮਿਲਣਸਾਰ ਹੋਵੇ ਵਧੀਆ ਮਿੱਤਰ ਆਪਣੇ ਕੋਲੇ ਹੋਵੇ ਹਾਂਜੀ ਅੱਗੇ ਤੁਹਾਡੇ ਕੋਲੇ 5 ਨੰਬਰ ਵਰਡ that is brief ਹੁਣ brief ਦਾ ਮੀਨਿੰਗ ਤਾਂ ਆਪਾਂ ਨੂੰ ਪਤਾ ਹੀ ਆ, ਆਪਾਂ ਕਹਿ ਨਹੀਂ ਨੇ ਵੀ ਬਰੀਫਲੀ ਆਪਾਂ ਆਹ ਚੀਜ਼ ਕਰ ਲਈ ਤਾਂ ਉਹ ਬਰੀਫ ਦਾ ਮੀਨਿੰਗ ਕੀ ਹੁੰਦਾ ਜੀ ਸੰਖੇਪ ਕਰਨਾ ਕੀ ਹੁੰਦਾ ਹੈ ਸੰਖੇਪ ਕਰਨਾ ਕਿਸੇ ਚੀਜ਼ ਨੂੰ ਛੋਟਾ ਕਰਨਾ ਤਾਂ ਸਿਨੋਨਿਮ ਦੇ ਵਿੱਚ ਤੁਹਾਡੇ ਕੋਲੇ ਵਰਡ ਹੈ ਕੰਸਾਈਜ਼ ਐਂਡ ਸ਼ਾਰਟ ਤਾਂ ਇੱਥੇ ਤੁਸੀਂ ਇੱਕ ਵਰਡ ਹੋਰ ਲਿਖ ਸਕਦੇ ਹੋ that is abridge ਐਵਰੇਜ ਦਾ ਹੁਣ ਐਵਰੇਜ ਦਾ ਆਪਾਂ ਪਤਾ ਹੀ ਹੁੰਦਾ ਆਪਾਂ ਕੀਤਾ ਹੋਇਆ ਵਰਡ ਪਹਿਲਾਂ ਡਿਸਟੈਂਸ ਕੇ ਬ੍ਰਿਜ ਵਾਲੇ ਵਾਸਤੇ ਬਣਾਏ ਜਾਂਦੇ ਆ ਡਿਸਟੈਂਸ ਨੂੰ ਛੋਟਾ ਕਰਨ ਵਾਸਤੇ ਤੋਂ ਬ੍ਰਿਜ ਤੋਂ ਤੁਸੀਂ ਯਾਦ ਰੱਖਣਾ ਕਿ ਇਹਦਾ ਮੀਨਿੰਗ ਕੀ ਹੁੰਦਾ ਛੋਟਾ ਕਰਨਾ ਹੁੰਦਾ ਸੰਖੇਪ ਹੁੰਦਾ ਸੋ ਬਰੀਫ ਮੀਨਿੰਗ ਹੈ ਸੰਖੇਪ ਕਰਨਾ ਅੱਗੇ ਤੁਹਾਡੇ ਕੋਲ ਸੈਨੋਨਿਮ ਨੇ ਕੰਸਾਈਜ਼ ਸ਼ਾਰਟ ਅਬਰੇਜ ਤੇ ਆਪੋਜ਼ਿਟ ਜੇ ਤੁਸੀਂ ਦੇਖੋ ਤਾਂ ਕੀ ਹੋ ਜਾਊਗਾ ਤੁਸੀਂ ਇਹਨੂੰ ਮਿਲਾ ਕੇ ਲਿਖਣਾ that is elaborate ਔਰ lengthy elaborate lengthy next ਹੈ ਜੀ word ਆਪਣੇ ਕੋਲੇ 6 ਨੰਬਰ word that is brazen ਤੇ brazen ਦਾ meaning ਕੀ ਹੁੰਦਾ ਹੈ ਬੇਸ਼ਰਮ ਤੇ brazen meaning ਕੀ ਹੈ ਜੀ ਤੁਹਾਡੇ ਕੋਲੇ ਬੇਸ਼ਰਮ ਦਾ ਹੁਣ ਪੰਜਾਬੀ ਦੇ ਵਿੱਚ ਬਹੁਤ ਸਾਰਿਆਂ ਨੂੰ ਪਤਾ ਹੋਣਾ ਬੇਸ਼ਰਮ ਆਪਾਂ ਕਹਿ ਦਿੰਦੇ ਹਾਂ ਤਾਂ ਹੁਣ ਤੁਸੀਂ ਨਵਾਂ word use ਕਰਨਾ ਇੰਗਲਿਸ਼ ਦਾ that is brazen ਤੇ brazen ਦਾ meaning ਕੀ ਹੈ ਬੇਸ਼ਰਮ synonym ਕੀ ਹੈ ਤੁਹਾਡੇ ਕੋਲੇ ਇਹਦਾ ਆਪਣੇ ਕੋਲੇ meaning ਹੈ ਜੀ ਬਹਾਦਰ ਤੇ bold that is ਕੀ ਹੈਗਾ ਆਪਣੇ ਕੋਲ unashamed ਜਿਹੜੇ ਪਰਸਨ ਨੂੰ ਕੋਈ ਸ਼ਰਮ ਨਹੀਂ ਹੁੰਦੀ ਤਾਂ ਆਪਾਂ unashamed shamed ਕਹਿ ਦਿੰਦੇ ਹਾਂ ਜਿਹੜਾ ਸ਼ਰਮ ਜੀ ਮੰਨੇ ਤੇ unashamed ਮਤਲਬ ਕੋਈ ਸ਼ਰਮ ਨਹੀਂ ਹੈ ਬੇਸ਼ਰਮ ਹੈ ਸੋ ਬੋਲਡ ਐਂਡ ਅਨਅਸ਼ੇਮਡ ਕੀ ਹੈ ਤੁਹਾਡੇ ਕੋਲ ਸਿਨੋਨਿਮ ਨੇ ਵਰਡ ਪ੍ਰੈਜ਼ੈਂਟ ਦੇ ਆਪੋਜ਼ਿਟ ਦੇ ਵਿੱਚ ਕੀ ਆ ਜਾਵੇ ਕੋਈ ਪਰਸਨ ਜਿਹੜਾ ਨਿਮਰ ਹੈ ਵਧੀਆ ਮੋਡੈਸਟ ਹੈ ਸੋ ਮੋਡੈਸਟ ਆਪਣੇ ਕੋਲ ਐਂਟੀਨਮ ਹੈ ਤੇ ਸ਼ਾਈ ਮਤਲਬ ਜਿਹੜਾ ਸ਼ਰਮ ਵੀ ਮੰਨਦਾ ਤਾਂ ਆਪਾਂ ਯੂਜ਼ ਕਰ ਸਕਦੇ ਹਾਂ ਵਰਡ ਐਂਟੀਨਮ ਦੇ ਵਿੱਚ ਵਰਡ ਮੋਡੈਸਟ ਐਂਡ ਸ਼ਾਈ ਸੋ ਆਪਾਂ 6 ਵਰਡ ਆ ਜਿਹੜੇ ਅੱਜ ਦੇਖੇ ਹੈਗੇ ਸਿਨੋਨਿਮ ਐਂਟੀਨਮ ਦੇ ਵਿੱਚ ਇੱਕ ਵਾਰ ਇਹਨਾਂ ਦੀ ਕੁਇਕ ਰਿਵੀਜ਼ਨ ਲਵਾਂਗੇ ਦੈਨ ਆਪਾਂ ਪ੍ਰੋਸੀਡ ਕਰਾਂਗੇ ਆਪਣੇ ਵਨ ਵਰਡ ਸਬਸਟੀਟਿਊਸ਼ਨ ਦੇ ਉੱਤੇ ਓਕੇ ਤੇ ਫਰਸਟ ਵਰਡ ਸੀ ਜਿਹੜਾ ਆਪਾਂ ਡਿਸਕਸ ਕੀਤਾ ਦੈਟ ਇਜ਼ ਅਸਿਸਟ ਆਪਾਂ ਅਸਿਸਟੈਂਟ ਦਾ ਜ਼ਿਆਦਾ ਮੀਨਿੰਗ ਹੁੰਦਾ ਸਹਾਇਤਾ ਕਰਨਾ ਅੱਗੇ ਆਪਾਂ ਵਰਡ ਦੇਖਿਆ ਜੀ ਆਂਸੂ ਇਸ ਤਾਂ ਆਂਸੂ ਤੋਂ ਮਤਲਬ ਕਿ ਟੀਅਰਸ ਤੋਂ ਤੁਸੀਂ ਯਾਦ ਰੱਖਣਾ ਹੈ ਜਦੋਂ ਆਪਣੇ ਟੀਅਰਸ ਆਉਣ ਲੱਗ ਜਾਂਦੇ ਆਪਾਂ ਸ਼ਾਂਤ ਹੋ ਜਾਂਦੇ ਹਾਂ ਸੋ ਮੀਨਿੰਗ ਹੈ ਸ਼ਾਂਤ ਕਰਨਾ ਨੈਕਸਟ ਵਰਡ ਜਿਹੜਾ ਆਪਾਂ ਦੇਖਿਆ ਹੈਗਾ ਉਹ ਹੈ ਜੀ ਆਪਣੇ ਕੋਲ ਬਿਜ਼ਾਇਰ ਤਾਂ ਬਿਜ਼ਾਇਰ ਦਾ ਮੀਨਿੰਗ ਕੀ ਹੁੰਦਾ ਹੈ ਅਜੀਬ ਤੁਸੀਂ ਬਾਜ਼ਾਰ ਤੋਂ ਯਾਦ ਰੱਖਣਾ ਬਾਜ਼ਾਰ ਦੇ ਸਪੈਲਿੰਗ ਬੀ ਜ਼ੈਡ ਏ ਆਰ ਆਪਾਂ ਐਵੇਂ ਜੇ ਕਰਕੇ ਲਿਖ ਲਾਂਗੇ ਜੇ ਬੀ ਜ਼ੈਡ ਡਬਲ ਏ ਆਰ ਤੁਸੀਂ ਜਿਸ ਤਰੀਕੇ ਨਾਲ ਲਿਖਣਾ ਚਾਹੋ ਤਾਂ ਵੀ ਮੀਨਿੰਗ ਤੁਹਾਡੇ ਕੋਲ ਐਵੇਂ ਤੇ ਪੈਂਦਾ ਪਰ ਤੁਹਾਡੇ ਕੋਲ ਲਿਖਿਆ ਹੋਇਆ ਬੀ ਆਈ ਜ਼ੈਡ ਏ ਡਬਲ ਆਰ ਈ ਤਾਂ ਇੱਥੋਂ ਕੀ ਕਰ ਲਓਗੇ ਇਹ ਅਜੀਬ ਜਿਹਾ ਲੱਗ ਰਿਹਾ ਸੋ ਇਹਦਾ ਮੀਨਿੰਗ ਕੀ ਹੈ ਅਜੀਬ ਅੱਗੇ ਬੈਲੀ ਕਰੰਟ ਬੈਲੀ ਤੋਂ ਯਾਦ ਰੱਖਣਾ ਬੈਲੀ ਕਰਕੇ ਕੰਮ ਕਰ ਦਿੰਦੇ ਲੜਨ ਦਾ ਕੰਮ ਕਰਦੇ ਸਲਵਾਰ को ਅੱਗੇ ਤੁਹਾਡੇ ਕੋਲ ਵਰਡ ਹੈ that is brief brief ਦਾ ਮੀਨਿੰਗ ਹੁੰਦਾ ਹੈ ਸੰਖੇਪ ਕਰਨਾ ਸ਼ਾਰਟ ਕਰਨਾ ਕਿਸੇ ਚੀਜ਼ ਨੂੰ ਅੱਗੇ ਵਰਡ ਜੇ ਆਪਣੇ ਕੋਲ ਬ੍ਰੈਵਨ ਦਾ ਮੀਨਿੰਗ ਹੁੰਦਾ ਹੈ ਬੇਸ਼ਰਮ ਅੱਗੇ ਜੇ ਆਪਣੇ ਕੋਲ ਵਨ ਵਰਡ ਸਬਸਟੀਟਿਊਸ਼ਨ ਜਿਹੜੇ ਆਪਾਂ ਦੇਖਦੇ ਹਾਂ ਅਨੇਕ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਤਾਂ ਫਰਸਟ ਜਿਹੜਾ ਆਪਣੇ ਕੋਲ ਫਰੇਜ਼ ਹੈ the study of population and its dynamics population ਦੀ ਸਟੱਡੀ ਜਾਂ ਆਪਾਂ ਸਿੰਪਲ ਕਹਿੰਦੇ ਜਿਵੇਂ ਜਨਗਣਨਾ ਕਹਿ ਦਿੰਦੇ ਹਾਂ ਨਾ ਤਾਂ ਜਨਗਣਨਾ ਕਹਿ ਦੋ ਤੇ ਉਹਨਾਂ ਦੀ ਜਿਹੜੀ ਸਟੱਡੀ ਤੇ ਉਹਦਾ ਡਾਇਨਾਮਿਕਸ ਨੂੰ ਆਪਾਂ ਕੀ ਕਹਾਂਗੇ ਵਰਡ ਯੂਜ਼ ਕਰਾਂਗੇ ਉਹਦੇ ਵਾਸਤੇ ਡੈਮੋਗ੍ਰਾਫੀ डेमोग्राफी the study of population and its dynamics ਕੀ ਕਿਹਾ ਜਾਂਦਾ ਜੀ ਉਹਨੂੰ ਡੈਮੋਗ੍ਰਾਫੀ ਕਿਹਾ ਜਾਂਦਾ ਹੈ ਅੱਗੇ ਤੁਹਾਡੇ ਕੋਲੇ ਵਰਡ place where gambling games are played ਤਾਂ place ਜਿੱਥੇ gambling games ਖੇਡੀਆਂ ਜਾਂਦੀਆਂ ਜਿਵੇਂ ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਹੋ ਜੂਆ ਵਗੈਰਾ ਹੁਣ ਇਹੋ ਜਿਹੀ ਕੋਈ ਥਾਂ ਜਿੱਥੇ ਜੂਆ ਵਗੈਰਾ ਖੇਡਿਆ ਜਾਂਦਾ ਜਿਹਨੂੰ ਆਪਾਂ ਪੰਜਾਬੀ ਚ ਜੂਆ ਖਾਨਾ ਕਹਿ ਰਹੇ ਤਾਂ ਉਹਦੇ ਵਾਸਤੇ ਤੁਸੀਂ ਇੰਗਲਿਸ਼ ਦੇ ਵਿੱਚ ਵਰਡ ਯੂਜ਼ ਕਰੋਗੇ ਜੀ ਕਸੀਨੋ 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 ਕੀ ਹੁੰਦਾ ਇਹੋ ਜਿਹੇ ਪਲੇਸ ਜਿੱਥੇ ਕਿ ਜੂਆ ਖੇਡਿਆ ਜਾਂਦਾ ਹੈ ਗੈਂਬਲਿੰਗ ਗੇਮਸ ਆ ਜਿਹੜੀਆਂ ਉਹ ਪਲੇ ਕੀਤੀਆਂ ਜਾਂਦੀਆਂ ਨੈਕਸਟ ਫਰੇਜ਼ ਹੈ ਜਿਹੜੀ ਆਪਾਂ ਡਿਸਕਸ ਕਰਨੀ ਚਾਹੀਦੀ ਹੈ ਲਿਸਟ ਔਰ ਕਲੈਕਸ਼ਨ ਆਫ ਬੁੱਕਸ ਇਨਫੋਰਮੇਟਿਵ ਗ੍ਰਾਫਿਕਸ ਕੋਈ ਇਨਫੋਰਮੇਸ਼ਨ ਵਾਲੀਆਂ ਜਾਂ ਸਿੰਪਲ ਕਹਿ ਸਕੋ ਕੋਈ ਗਿਆਨ ਵਾਲੀਆਂ ਬੁੱਕਸ ਜਾਂ ਉਹਨਾਂ ਦੀ ਕਲੈਕਸ਼ਨ ਦਾ ਉਹ ਕੀ ਕਿਹਾ ਜਾਏਗਾ ਜੀ ਕੈਟਾਲੌਗ ਕੈਟਾਲੌਗ ਤੁਸੀਂ ਬਹੁਤ ਵਾਰ ਸੁਣਿਆ ਹੋਣਾ ਹੁਣ ਇਹਦਾ ਮੀਨਿੰਗ ਕੀ ਹੈ ਲਿਸਟ ਔਰ ਕਲੈਕਸ਼ਨ ਆਫ ਬੁੱਕਸ ਇਨਫੋਰਮੇਟਿਵ ਗ੍ਰਾਫਿਕਸ ਦਾ ਹੁਣ ਜਿਹੜੀ ਇਹੋ ਜਿਹੀਆਂ ਬੁੱਕਸ ਦੀ ਕਲੈਕਸ਼ਨ ਜਿਹੜੀਆਂ ਕਿ ਇਨਫੋਰਮੇਟਿਵ ਹੋਣ ਇਨਫੋਰਮੇਸ਼ਨ ਦਿੰਦੀਆਂ ਹੋਣ ਉਹਨਾਂ ਵਾਸਤੇ ਤੁਸੀਂ ਯੂਜ਼ ਕਰੋਗੇ ਕੈਟਾਲੌਗ ਨੈਕਸਟ ਹੈ ਜੀ ਤੁਹਾਡੇ ਕੋਲ 4 ਨੰਬਰ ਫਰੇਜ਼ ਦੈਟ ਇਜ਼ ਸੈਂਟਰ ਆਫ ਅਟਰੈਕਸ਼ਨ ਸੈਂਟਰ ਆਫ ਅਟਰੈਕਸ਼ਨ ਤਾਂ ਕੀਵਰਡ ਆਪਾਂ ਜਿਹੜਾ ਇਹਦੇ ਵਾਸਤੇ ਯੂਜ਼ ਕਰਾਂਗੇ ਸਾਈਨੋਸ਼ਰ ਤਾਂ ਫਿਰ ਸੈਂਟਰ ਆਫ ਅਟਰੈਕਸ਼ਨ ਮਤਲਬ ਅਟਰੈਕਟ ਕੀਤਾ ਜਾ ਰਿਹਾ ਕਿਸੇ ਕੋਈ ਚੀਜ਼ ਹੈ ਜਿਹੜੀ ਅਟਰੈਕਟਿਵ ਪੂਰਾ ਕਹਿ ਸਕਦੇ ਕੇਂਦਰ ਬਿੰਦੂ ਹੈ ਕਿਸੇ ਚੀਜ਼ ਦੀ ਅਟਰੈਕਸ਼ਨ ਦਾ ਆਕਰਸ਼ਿਤ ਕਰਨ ਦਾ ਤਾਂ ਉੱਥੇ ਤੁਸੀਂ ਯੂਜ਼ ਕਰੋਗੇ ਵੀ ਸ਼ੋਰ ਹੈ ਪੱਕਾ ਸੈਂਟਰ ਹੈ ਹੁਣ ਸੈਂਟਰ ਹੈ ਅਟਰੈਕਸ਼ਨ ਦਾ ਤਾਂ ਉੱਥੇ ਪੱਕਾ ਹੀ ਹੈ ਵੀ ਕੋਈ ਨਾ ਕੋਈ ਅਟਰੈਕਟ ਹੋ ਹੀ ਹੈ ਤਾਂ ਫਿਰ ਆਪਾਂ ਕਰਾਂਗੇ ਸ਼ੋਰ ਵਰਡ ਤੋਂ ਯਾਦ ਰੱਖ ਲਾਂਗੇ ਕਿ ਸਾਨੂੰ ਸ਼ੋਰ ਹਾਂਜੀ ਨੈਕਸਟ ਤੁਹਾਡੇ ਕੋਲੇ ਜਿਹੜੀ ਫਰੇਜ਼ ਹੈ ਜਿਹੜੀ ਆਪਾਂ ਡਿਸਕਸ ਕਰ ਰਹੇ ਹਾਂ ਦੈਟ ਇਜ਼ ਐਨੀਮਲਸ ਦੈਟ ਈਟ ਮੀਟ ਤਾਂ ਐਨੀਮਲਸ ਜਿਹੜੇ ਕਿ ਮੀਟ ਖਾਂਦੇ ਆ ਤਾਂ ਉਹਨਾਂ ਵਾਸਤੇ ਆਪਾਂ ਕੀ ਯੂਜ਼ ਕਰ ਲੈਂਦੇ ਹਾਂ ਕਾਰਨੀਵੋਰਸ ਦਾ ਮੀਨਿੰਗ ਹੁੰਦਾ ਨਾ ਮਾਸਾਹਾਰੀ ਸਿਮਿਲਰਲੀ ਆਪਣੇ ਕੋਲੇ ਕੁਝ ਲੋਕ ਐਨੀਮਲਸ ਇਹੋ ਜਿਹੇ ਹੁੰਦੇ ਜਿਹੜੇ ਸਿਰਫ ਆਪਣੇ ਕੋਲੇ ਗ੍ਰਾਸ ਵਗੈਰਾ ਖਾਂਦੇ ਆ ਐਨੀਮਲਸ ਜਿਹੜੇ ਕਿ ਆਪਣੇ ਕੋਲੇ ਮੀਟ ਨਹੀਂ ਖਾਂਦੇ ਐਨੀਮਲਸ ਦੈਟ ਡੋਂਟ ਈਟ ਮੀਟ ਜਾਂ ਫਿਰ ਸਿੰਪਲ ਤੁਸੀਂ ਕਹਿ ਸਕਦੇ ਹੋ ਦੈਟ ਈਟ ਪਲਾਂਟਸ ਤੇ ਤੁਸੀਂ ਉਹਨਾਂ ਵਾਸਤੇ ਯੂਜ਼ ਕਰਦੇ ਹੋ ਹਾਰਬੀਵੋਰਸ
ਗੋਰਸ ਹੁਣ ਕਾਰਨੀਵੋਰਸ ਤੇ ਹਾਰਬੀਵੋਰਸ ਦੇ ਵਿੱਚ ਡਿਫਰੈਂਸ ਤੁਹਾਨੂੰ ਪਤਾ ਲੱਗ ਗਿਆ ਕਿ ਉਹਦਾ ਕਾਰਨੀਵੋਰਸ ਦਾ ਮੀਨਿੰਗ ਹੁੰਦਾ ਮਾਸਾਹਾਰੀ ਇਹੋ ਜਿਹੇ ਐਨੀਮਲ ਜਿਹੜੇ ਮੀਟ ਖਾਂਦੇ ਆ ਤੇ ਹਾਰਬੀਵੋਰਸ ਹੁੰਦੇ ਇਹੋ ਜਿਹੇ ਐਨੀਮਲ ਜਿਹੜੇ ਕਿ ਤੁਹਾਡੇ ਕੋਲੇ ਪਲਾਂਟਸ ਵਗੈਰਾ ਨੂੰ ਖਾਂਦੇ ਹਾਂਜੀ ਅੱਗੇ ਤੁਹਾਡੇ ਕੋਲੇ 6 ਨੰਬਰ ਫਰੇਜ਼ ਵਨ ਹੂ ਇਜ਼ ਯੂ ਅਨਏਬਲ ਟੂ ਪੇ ਇਜ਼ ਅ ਟੈਕਸ ਇਹੋ ਜਿਹਾ ਕੋਈ ਪਰਸਨ ਜਿਹੜਾ ਕਿ ਆਪ ਟੈਕਸ ਨੂੰ ਪੇ ਨਹੀਂ ਕਰ ਸਕਦਾ ਜਿਹੜਾ ਕੋਈ ਉਹਨੇ ਉਧਾਰ ਲਿਆ ਹੋਇਆ ਉਹਦਾ ਕਹਿੰਦੇ ਕਿਸੇ ਤੋਂ ਕੋਈ ਲੋਨ ਵਗੈਰਾ ਨਹੀਂ ਹੋਇਆ ਉਹ ਨਹੀਂ ਦੇ ਸਕਦਾ ਤਾਂ ਉਹਨੂੰ ਕੀ ਕਿਹਾ ਜਾਂਦਾ ਬੈਂਕਰਪਟ ਦਿਵਾਲੀਆ ਬੈਂਕਰਪਟ ਬੈਂਕਰਪਟ ਜਾਂ ਤੁਸੀਂ ਇੱਕ ਹੋਰ ਵਰਡ ਜਿਹੜਾ ਆਪਾਂ ਪਿੱਛੇ ਡਿਸਕਸ ਕੀਤਾ ਹੋਇਆ ਹੈ ਇਨਸੋਲਵੈਂਟ ਇਨਸੋਲਵੈਂਟ ਤਾਂ ਇਨਸੋਲਵੈਂਟ ਦਾ ਮੀਨਿੰਗ ਵੀ ਸੇਮ ਹੀ ਹੁੰਦਾ ਦਿਵਾਲੀਆ ਤੇ ਤੁਸੀਂ ਵਨ ਹੂ ਇਜ਼ ਅਨੇਬਲ ਟੂ ਪੇ ਡੈਬਟਸ ਵਾਸਤੇ ਬੈਂਕਰਪਟ ਜਾਂ ਇਨਸੋਲਵੈਂਟ ਹੈ ਜਿਹੜਾ ਵਰਡ ਯੂਜ਼ ਕਰ ਸਕਦੇ ਹੋ ਤਾਂ ਹੁਣ 6 ਆਪਾਂ ਵਨ ਵਰਡ ਸਬਸਟੀਟਿਊਸ਼ਨ ਡਿਸਕਸ ਕੀਤੇ ਇੱਕ ਵਾਰ ਉਹਨਾਂ ਨੂੰ ਗੋ ਥਰੂ ਕਰਦੇ ਹਾਂ ਹਾਂਜੀ ਫਰਸਟ ਸੀ ਦ ਸਟੱਡੀ ਆਫ ਪੋਪੂਲੇਸ਼ਨ ਐਂਡ ਇਟਸ ਡਾਇਨਾਮਿਕਸ ਦੈਟ ਇਜ਼ ਕਾਲਡ ਡੈਮੋਗ੍ਰਾਫੀ ਅੱਗੇ ਤੁਹਾਡੇ ਕੋਲੇ ਵਰਡ ਆਫ ਪਲੇਸ ਵੇਅਰ ਗੈਂਬਲਿੰਗ ਗੇਮਸ ਆਰ ਪਲੇਡ ਤਾਂ ਆਪਾਂ ਪਲੇਸ ਵਾਸਤੇ ਯੂਜ਼ ਕਰਾਂਗੇ ਵਨ ਵਰਡ ਦੈਟ ਇਜ਼ ਕਸੀਨੋ ਅੱਗੇ ਆਪਣੇ ਕੋਲੇ ਫਰੇਜ਼ ਆ ਲਿਸਟ ਔਰ ਕਲੈਕਸ਼ਨ ਆਫ ਬੁੱਕਸ ਇਨਫੋਰਮੇਟਿਵ ਗ੍ਰਾਫਿਕਸ ਤਾਂ ਆਪਾਂ ਯੂਜ਼ ਕਰਾਂਗੇ ਇਹਦਾ ਵਰਡ ਕੈਟਲੌਗ ਅੱਗੇ ਤੁਹਾਡੇ ਕੋਲੇ ਵਰਡ ਸੈਂਟਰ ਆਫ ਅਟਰੈਕਸ਼ਨ ਇਹਦੇ ਵਾਸਤੇ ਆਪਾਂ ਯੂਜ਼ ਕਰਾਂਗੇ ਵਰਡ ਦੈਟ ਇਜ਼ ਅਨਸ਼ੋਰ ਨੈਕਸਟ ਫਰੇਜ਼ ਦੈਟ ਵੀ ਹੈਵ ਡਿਸਕਸਡ ਇਜ਼ ਐਨੀਮਲਸ ਦੈਟ ਈਟ ਮੀਟ ਕਾਰਨੀਵੋਰਸ ਔਰ ਐਨੀਮਲਸ ਦੈਟ ਈਟ ਪਲਾਂਟਸ ਇਜ਼ ਕਾਲਡ ਹਾਰਬੀਵੋਰਸ ਤਾਂ ਆਪਾਂ ਕਾਰਨੀਵੋਰਸ ਤੇ ਹਾਰਬੀਵੋਰਸ ਕੀਤਾ ਅੱਗੇ ਤੁਹਾਡੇ ਕੋਲੇ ਵਰਡ 6 ਨੰਬਰ ਵਨ ਹੂ ਇਜ਼ ਅਨੇਬਲ ਟੂ ਪੇ ਹਿਜ਼ ਡੈਬਟਸ ਤਾਂ ਇਹੋ ਜਿਹਾ ਪਰਸਨ ਜਿਹੜਾ ਉਹਦੇ ਡੈਬਟ ਨਹੀਂ ਦੇ ਸਕਦਾ ਤਾਂ ਤੁਸੀਂ ਕਹੋਗੇ ਬੈਂਕਰਪਟ ਔਰ ਆਪਣਾ ਇਨਸੋਲਵੈਂਟ ਨੈਕਸਟ ਹੈ ਆਪਾਂ ਡਿਸਕਸ ਕਰਾਂਗੇ ਕੁਝ ਇਡੀਅਮ ਫਰੇਜ਼ਸ जिन्होंने आप कहने जी मुहावरे the first idiom that we have to discuss is burn the midnight oil burn the midnight oil तो हम midnight oil ਦਾ ਮਤਲਬ ਕੀ ਹੋ ਗਿਆ ਰਾਤ ਦਾ midnight ਆਪਾਂ ਸਿੰਪਲ ਕਹਿ ਲਓ ਅੱਧੀ ਰਾਤ ਨਾ ਅੱਧੀ ਰਾਤ ਨੂੰ ਤੇਲ ਬਾਲ ਕੇ ਰੱਖਣਾ ਜਾਂ burn ਦਾ midnight oil ਮਤਲਬ ਅੱਧੀ ਰਾਤ ਨੂੰ ਦੀਵੇ ਵਗੈਰਾ ਬਾਲਣਾ ਤਾਂ ਉਹ ਕੰਮ ਕੀ ਕਰਾਂਗੇ ਆਪਾਂ ਉਹਦਾ ਯਾਦ ਰੱਖ ਲੈਣਾ ਹੁਣ ਰਾਤ ਨੂੰ ਦੀਵਾ ਬਾਲ ਰਹੇ ਹੋ ਮਤਲਬ ਕੋਈ ਨਾ ਕੋਈ ਇਹੋ ਜਿਹਾ ਕੰਮ ਕਰ ਰਹੇ ਜਿਹੜਾ ਤੁਹਾਡਾ ਜ਼ਰੂਰੀ ਹੈ ਟੂ ਵਰਕ ਵੈਰੀ ਹਾਰਡ ਤਾਂ ਬੇਸਿਕਲੀ ਇਹ ਵਾਲਾ ਈਡਿੰਗ ਆਪਾਂ ਈਡੀਅਮ ਯੂਜ਼ ਕਰ ਲੈਣਾ ਜਦੋਂ ਕੋਈ ਰਾਤ ਨੂੰ ਬਹੁਤ ਜ਼ਿਆਦਾ ਰਾਤ ਨੂੰ ਲੇਟ ਜਾ ਕੇ ਕੋਈ ਕੰਮ ਕਰਦੇ ਹੋਏ ਫॉर एग्जांपल ਸਟੂਡੈਂਟ ਲਾਈਫ ਦੇ ਵਿੱਚ ਸਟੂਡੈਂਟ ਕੀ ਕੰਮ ਕਰਦੇ ਆ ਪੜ੍ਹਨ ਦਾ ਕੰਮ ਕਰਦੇ ਆ ਤੇ ਬਾਕੀ ਹੋਰ ਕੋਈ ਪਰਸਨ ਹੈ ਜਿਵੇਂ ਕੋਈ ਬਿਜ਼ਨਸਮੈਨ ਹੈ ਤਾਂ ਉਹਦਾ ਕੰਮ ਹੁੰਦਾ ਉਹ ਵੀ ਆਪਣਾ ਦੂਸਰਾ ਰਿਲੇਟਡ ਵਰਕ ਕਰਦਾ ਉਹ ਆਫਿਸ ਰਿਲੇਟਡ ਵਰਕ ਕਰ ਰਿਹਾ ਤਾਂ ਉੱਥੇ ਕਿਹਾ ਜਾਂਦਾ ਬਰਨ ਦਾ ਮਿਡਨਾਈਟ ਆਇਲ ਟੂ ਵਰਕ ਵੈਰੀ ਹਾਰਡ ਅੱਗੇ ਤੁਹਾਡੇ ਕੋਲੇ ਫਰੇਜ਼ ਦੈਟ ਇਜ਼ ਐਜ਼ ਫਿਟ ਐਜ਼ ਫਿਡਲ ਤਾਂ ਤੁਸੀਂ ਫਿਟ ਤੋਂ ਯਾਦ ਰੱਖ ਲੈਣਾ ਫਿਟ ਹੋਣਾ ਮਤਲਬ ਕਿ ਪੂਰਾ ਤੰਦਰੁਸਤ ਹੋਣਾ ਵਧੀਆ ਦਰੁਸਤ ਹੋਣਾ ਸੋ ਸਟਰੋਂਗ ਐਂਡ ਹੈਲਥੀ ਮੀਨਿੰਗ ਹੈ ਜੀ ਤੁਹਾਡਾ ਇਸ ਵਾਲੇ ਫਰੇਜ਼ ਦਾ ਐਜ਼ ਫਿਟ ਐਜ਼ ਫੀਡਿੰਗ ਤੁਸੀਂ ਈਡੀਅਮ ਵਾਸਤੇ ਯੂਜ਼ ਕਰੋਗੇ ਮੀਨਿੰਗ ਕੀ ਹੈ ਦਾ ਸਟਰੋਂਗ ਐਂਡ ਹੈਲਥੀ ਤਾਂ ਇਹੋ ਜਿਹਾ ਪਰਸਨ ਜਿਹੜਾ ਪੂਰਾ ਹੈਲਥੀ ਹੋਵੇ ਸਟਰੋਂਗ ਹੋਵੇ ਤਾਕਤਵਰ ਹੋਵੇ ਤੁਸੀਂ यूज करोगे idiom as fit as a fitter next phrase the lion's share the lion's share ਤਾਂ ਇਹ यूज ਕੀਤਾ ਜਾਂਦਾ ਬੇਸਿਕਲੀ ਜੇ ਕਿਹਾ ਜਾਵੇ ਤਾਂ lion ਕੀ ਹੈ ਰਾਜਾ ਸ਼ੇਰ ਕੀ ਹੈ ਰਾਜਾ ਕਿੱਥੋਂ ਦਾ ਜੰਗਲ ਦਾ ਤਾਂ ਹੁਣ ਜੰਗਲ ਦਾ ਰਾਜਾ ਇਟ ਮੀਨਸ ਹੁਣ ਰਾਜੇ ਦਾ ਕੰਮ ਕੀ ਹੁੰਦਾ ਕੁਝ ਵੀ ਕਰ ਸਕਦਾ ਸੋ ਉਹਦੇ ਵਾਸਤੇ ਕੀ ਆਪਾਂ ਯੂਜ਼ ਕਰ ਲਾਂਗੇ ਵੀ ਸਾਰੇ ਦਾ ਸਾਰਾ ਉਸੇ ਦਾ ਹੀ ਹੈ ਸਾਰੇ ਦਾ ਸਾਰਾ ਜੰਗਲ ਉਸੇ ਦਾ ਹੀ ਹੈ ਮੀਨਸ ਕਿ ਬਿਗੇਸਟ ਸ਼ੇਅਰ ਹੈ ਜਾਂ ਫਿਰ ਬਿਗੇਸਟ ਪਾਰਟ ਹੈ ਜਿਹੜਾ ਕਿਸੇ ਪਰਸਨ ਦਾ ਸੋ ਦਾ ਲਾਇਨਸ ਸ਼ੇਅਰ ਤੁਸੀਂ ਯਾਦ ਰੱਖ ਲੈਣਾ ਦ ਬਿਗੇਸਟ ਐਂਡ ਬੈਸਟ ਪਾਰਟ ਆਫ ਹੋਲ ਕਿਸੇ ਚੀਜ਼ ਦਾ ਪੂਰੀ ਦੀ ਪੂਰੀ ਚੀਜ਼ ਦਾ ਜ਼ਿਆਦਾ ਬਿਗੇਸਟ ਪਾਰਟ ਕਹਿ ਲਓ ਜਾਂ ਬੈਸਟ ਪਾਰਟ ਜ਼ਿਆਦਾ ਨਹੀਂ ਤਾਂ ਮਤਲਬ ਅੱਧੇ ਤੋਂ ਕਹਿ ਲਓ ਸਿੰਪਲ ਤੁਸੀਂ ਕਹਿ ਲਓ ਇੰਨਾ ਕੁ ਤਾਂ ਹੈ ਬੈਸਟ ਹੈ ਹਾਂਜੀ ਦ ਬਿਗੇਸਟ ਔਰ ਦ ਬੈਸਟ ਪਾਰਟ ਆਫ ਹੋਲ ਤਾਂ ਤੁਸੀਂ ਯੂਜ਼ ਕਰੋਗੇ ਈਡੀਅਮ ਦ ਲਾਇਨਸ ਸ਼ੇਅਰ ਨੈਕਸਟ ਹੈ ਜੀ ਕੀਪ ਐਟ ਆਰਮਸ ਲੈਂਥ ਮੀਨ ਆਪਣੀ ਆਰਮ ਕਿੰਨੀ ਕੁ ਵੱਡੀ ਹੁੰਦੀ ਹੈ ਆਰਮ ਮਤਲਬ ਆਪਣੀ ਬਾਹ ਕਿੰਨੀ ਕੁ ਵੱਡੀ ਹੁੰਦੀ ਹੈ ਜ਼ਿਆਦਾ ਨਹੀਂ ਥੋੜੀ ਜਿਹੀ ਲੈਂਥੀ ਹੁੰਦੀ ਹੈ ਨਾ ਉਹਦੀ ਤਾਂ ਹੁਣ ਕਿਸੇ ਨੂੰ ਕਹਿਣਾ ਵੀ ਹੈ ਆਪਣੇ ਆਰਮਸ ਲੈਂਥ ਦੇ ਉੱਤੇ ਰੱਖਣਾ ਮਤਲਬ ਕੀ ਹੈ ਥੋੜਾ ਜਿਹਾ ਡਿਸਟੈਂਸ ਬਣਾ ਕੇ keep at arm's length meaning है to be at a distance with someone तो किसी तो थोड़ी सी दूरी ਦੇ ਉੱਤੇ ਰਹਿਣਾ to be at a distance with someone ਅੱਗੇ ਜਿਹੜਾ ਫਰੇਜ਼ ਆਪਾਂ ਡਿਸਕਸ ਕਰਨਾ ਹੈ that is at one's wits end at one's wits end ਤਾਂ at one's wits end ਦਾ ਮਤਲਬ ਜਿੰਦਾ ਖਤਮ ਹੋਣਾ ਤੇ bit ਦਾ ਬੇਸਿਕਲੀ ਮੀਨਿੰਗ ਹੁੰਦਾ ਸਿਆਣਪ ਦਾ ਚਲਾਕੀ ਦਾ ਤਾਂ ਹੁਣ ਜਿੱਥੇ ਆਪਣੀ ਚਲਾਕੀ ਖਤਮ ਹੋ ਗਈ ਸਿਆਣਪ ਖਤਮ ਹੋ ਗਈ ਇਟ ਮੀਨਸ ਆਪਾਂ ਕੀ ਹੋ ਗਏ ਕਨਫਿਊਜ਼ ਹੋ ਗਏ ਕਿਸੇ ਚੀਜ਼ ਨੂੰ ਲੈ ਕੇ ਪਰਪਲੈਕਸ ਹੋ ਗਏ ਹਾਂਜੀ ਤਾਂ ਮੀਨਿੰਗ ਲਿਖਿਆ ਹੋਇਆ ਤੁਹਾਡੇ ਕੋਲੇ ਪਜ਼ਲ ਹੋ ਗਏ ਕੰਪਲੀਟਲੀ ਕਨਫਿਊਜ਼ਡ ਐਂਡ ਪਰਪਲੈਕਸ ਕਨਫਿਊਜ਼ਡ ਪਰਪਲੈਕਸਡ ਐਂਡ ਪਜ਼ਲ ਇਹ ਆਪਾਂ ਵਰਡ ਕੀਤੇ ਹੋਏ ਆ ਸਾਰੇ ਦੇ ਸਾਰੇ ਸਿਨੋਨਿਮ ਨੇ वर्ड की अपने कोल फ्रेज की है एट वंस वेट एंड हो जिथे अपनी चलाकी खत्म होगी इट मींस आप की होवांगे पजल होवांगे कंफ्यूज होवांगे परप्लेक्स होवांगे सो सिनोनिम तुसी याद रखना है मीनिंग दैट इज कंप्लीटली कंफ्यूज एंड परप्लेक्स है तो ਤੁਹਾਡੇ सिनोनिम भी ਜਿਹੜੇ ਆਪਾਂ ਇੱਕ ਵਾਰ ਰਿਵਾਈਜ਼ ਕਰ ਲਏ ਕੰਫਿਊਜ਼ ਤੇ ਪਰਪਲੈਕਸ ਦੋਵਾਂ ਦਾ ਮੀਨਿੰਗ ਕੀ ਹੁੰਦਾ ਕੰਫਿਊਜ਼ ਹੋਣਾ ਪਜ਼ਲ ਹੋਣਾ ਹਾਂਜੀ ਅੱਗੇ ਤੁਹਾਡੇ ਕੋਲੇ ਨੈਕਸਟ ਫਰੇਜ਼ ਦੈਟ ਇਜ਼ ਐਪਲ ਆਫ ਵਨਸ ਆਈ ਐਪਲ ਆਫ ਵਨਸ ਆਈ ਜਿਵੇਂ ਆਪਣੇ ਨਹੀਂ ਕਿਹਾ ਜਾਂਦਾ ਪੰਜਾਬੀ ਦੇ ਵਿੱਚ ਅੱਖ ਦਾ ਤਾਰਾ ਤਾਂ ਸਿਮਿਲਰਲੀ ਇੰਗਲਿਸ਼ ਦੇ ਵਿੱਚ ਆਪਾਂ ਯੂਜ਼ ਕਰ ਲੈਨੇ ਐਪਲ ਆਫ ਵਨਸ ਆਈ ਤਾਂ ਇਹੋ ਜਿਹਾ ਕੋਈ ਪਰਸਨ ਜਿਹੜਾ ਬਹੁਤ ਜ਼ਿਆਦਾ ਪਿਆਰਾ ਹੋਵੇ ਸਮਵਨ ਵੈਰੀ ਪ੍ਰੀਸ਼ੀਅਸ ਔਰ ਡੀਅਰ ਤਾਂ ਇਹੋ ਜਿਹੀ ਕੋਈ ਚੀਜ਼ ਜਿਹੜੀ ਬਹੁਤ ਜ਼ਿਆਦਾ ਕੀਮਤੀ ਹੋਵੇ ਜਾਂ ਇਹੋ ਜਿਹਾ ਕੋਈ ਪਰਸਨ ਜਿਹੜਾ ਤੁਹਾਡਾ ਬਹੁਤ ਜ਼ਿਆਦਾ ਡੀਅਰ ਹੋਵੇ
ਤੁਸੀਂ यूज करोगे एप्पल ऑफ वंस आई वाले फ्रेज का। हाँ जी, तो एक बार इन्होंने रिवाइज करते हैं 6 इडियम फ्रेजेस जेडे आप आज डिस्कस कीते हैं। फर्स्ट इज बर्न द मिडनाइट ऑयल, मीनिंग किया टू वर्क वेरी हार्ड। नेक्स्ट अपन डिस्कस कीता है एज फिट एज फिडल, मीनिंग किया ज्यादा स्ट्रांग एंड हेल्थी। नेक्स्ट इडियम द लायंस शेयर से याद रखना है, बिगेस्ट एंड बेस्ट पार्ट ऑफ समथिंग। एंड अगे थोड़े को कीपैड आर्म्स लेंथ शॉर्ट डिस्टेंस याद रख लेना। अगे थोड़े को फ्रेज एट वंस वेट एंड, तो मीनिंग किया परप्लेक्स कंफ्यूज। अगे थोड़े को एप्पल ऑफ वंस आई, एप्पल ऑफ वंस आई मीनिंग की है बहुत ज्यादा प्यारा होना, डियर या फिर ਆਪਾਂ ਸਿੰਪਲ ਕਹ ਲਓ ਸਮਨ ਵੈਰੀ ਪ੍ਰੀਸ਼ੀਅਸ। ਤਾਂ ਇਹ ਤੁਹਾਡੇ ਜਿਹੜੇ 6 ਇਡੀਅਮ ਫਰੇਜ਼ਸ ਆਪਾਂ ਕੀਤੇ ਆ। ਅੱਜ ਦੀ ਕਲਾਸ ਵਿੱਚ ਆਪਾਂ 6 ਸਿਨੋਨਿਮ ਐਂਟੋਨਿਮ ਦੇਖਿਆ ਹੈ, 6 ਆਪਾਂ ਵਨ ਵਰਡ ਸਬਸਟੀਟਿਊਸ਼ਨ ਕੀਤੇ ਆ ਪਲੱਸ 6 ਆਪਣੇ ਜਿਹੜੇ ਇਡੀਅਮ ਫਰੇਜ਼ਸ ਆਪਾਂ ਡਿਸਕਸ ਕੀਤੇ ਆ। ਦੈਟ ਇਜ਼ ਆਪਾਂ ਟੋਟਲ ਹੈਗੇ 18 ਵਰਡ ਜਿਹੜੇ ਆਪਾਂ ਡਿਸਕਸ ਕੀਤੇ ਆ। ਤੇ ਹੁਣ ਦੇਖੀਏ ਆਪਾਂ ਉਹਨਾਂ ਨਾਲ ਰਿਲੇਟਡ ਪ੍ਰੈਕਟਿਸ ਕੁਐਸਚਨਸ ਜਿਹੜੇ ਤੁਸੀਂ ਸੋਲਵ ਕਰਨੇ। ਹਾਂਜੀ, ਦਾ ਫਰਸਟ ਕੁਐਸਚਨ ਜਿਹੜਾ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ, ਸਿਲੈਕਟ ਦਾ ਮੋਸਟ ਐਪਰੋਪ੍ਰੀਏਟ ਐਂਟੋਨਮ ਆਫ ਦਾ ਗਿਵਨ ਵਰਡ। ਐਂਟੋਨਮ ਫਾਈਂਡ ਆਊਟ ਕਰਨਾ ਹੈ। ਐਂਟੋਨਮ ਮੀਨਿੰਗ ਕੀ ਆਪਣਾ ਵਿਰੋਧੀ ਸ਼ਬਦ ਲੱਭਣਾ ਹੈ, ਤੁਸੀਂ ਆਪੋਜ਼ਿਟ ਮੀਨਿੰਗ ਦਾ ਵਰਡ ਲੱਭਣਾ ਹੈ। ਤਾਂ ਦੇਖੋ ਅਸਿਸਟ, ਅਸਿਸਟ ਆਪਾਂ ਕੀ ਕੀਤਾ ਸੀ, ਅਸਿਸਟ ਦਾ ਮੀਨਿੰਗ ਕੀ ਹੁੰਦਾ ਹੈ, ਸਹਾਇਤਾ ਕਰ। ਮੀਨਿੰਗ ਕੀ ਹੁੰਦਾ ਜੇ ਆਪਣੇ ਕੋਲ ਸਹਾਇਤਾ ਕਰਨਾ, ਤਾਂ ਇਹਦਾ ਆਪੋਜ਼ਿਟ ਕੀ ਹੋਊਗਾ, ਮਤਲਬ ਕਿਸੇ ਦੇ ਬਾਕੀ ਤੁਸੀਂ ਅੜਿੱਕਾ ਪੈਦਾ ਕਰ ਰਹੇ ਹੋ, ਕੀ ਆਏਗਾ ਡਿਕਲਾਈਨ, ਕੰਸੀਲ, ਸਪੋਰਟ, obstruct। ਮੀਨਿੰਗ ਕੀ ਦੇਖਿਆ ਆਪਾਂ ਇਹਦਾ obstruct। ਤਾਂ ਹੁਣ ਐਂਟੋਨਿਮ ਦਾ ਐਂਟੋਨਿਮ ਫਾਈਂਡ ਆਊਟ ਕਰਨਾ ਸੀ ਅਸਿਸਟ ਦਾ, ਤਾਂ ਉਹਦਾ ਮੀਨਿੰਗ ਕੀ ਹੈ ਜੀ obstruct। obstruct ਆਪਾਂ ਕੀ ਹੁੰਦਾ ਮੀਨਿੰਗ ਇਹਦਾ, ਕਿਸੇ ਦੇ ਵਿੱਚ ਰੁਕਾਵਟ ਪੈਦਾ ਕਰਨਾ, ਰੋਕ ਪੈਦਾ ਕਰਨੀ। ਅੱਗੇ ਤੁਹਾਡੇ ਕੋਲੇ word that you have to find the synonym of this word। ਅੱਗੇ select the most appropriate synonym of the given word। word ਕੀ ਆਪਣੇ ਕੋਲੇ bizarre, ਆਪਾਂ ਕੀਤਾ ਬਾਜ਼ਾਰ ਮਤਲਬ ਬਾਜ਼ਾਰ ਤੋਂ ਕੀਤਾ ਸੀ ਨਾ, ਬਾਜ਼ਾਰ ਦੇ ਸਪੈਲਿੰਗ ਕਿਹੋ ਜਿਹੇ ਹੁੰਦੇ ਹੈ ਕਿ ਬੇਦ ਲਿਖੇ ਪਏ ਮਤਲਬ ਕਿ ਇਹ ਅਜੀਬ ਜਿਹੇ ਲੱਗ ਰਹੇ। ਤਾਂ ਅਜੀਬ ਆਪਣੇ ਕੀ ਇਹਦਾ ਮੀਨਿੰਗ ਹੈ, ਤਾਂ ਯੂਜ਼ ਕੀਤਾ ਹੈ ਆਪਾਂ ਕਰਨਾ ਹੁਣ ਇਹਨੂੰ ਸਿਨੋਨਿਮ ਫਾਈਂਡ ਆਊਟ ਕਰਨਾ ਹੈ। ਸਿਨੋਨਿਮ ਮਤਲਬ ਕਿ ਸਮਾਨਾਰਥੀ ਸ਼ਬਦ ਇਸੇ ਟਾਈਪ ਦਾ ਇਸੇ ਮੀਨਿੰਗ ਦਾ वो अनयूजुअल, डिपेंडेबल, ऑर्डिनरी, सिमिलर। तो मीनिंग क्या आएगा, अजीब का मतलब कि अपने को लिखना है अनयूजुअल। बिज़ायर ਦਾ ਮੀਨਿੰਗ ਕੀ ਆ ਜਾਏਗਾ ਫਿਰ ਆਪਣੇ ਕੋਲੇ ਅਨਯੂਜ਼ੁਅਲ। ਤਾਂ ਇਹ ਆਪਸ਼ਨ ਹੈ ਜਿਹੜੀ ਇਹਦਾ ਆਨਸਰ ਹੈ। ਹਾਂਜੀ, ਦਾ ਨੈਕਸਟ ਨੰਬਰ ਕੁਐਸਚਨ ਹੈ ਜਿਹੜਾ ਤੁਹਾਡਾ ਸਿਲੈਕਟ ਦ ਮੋਸਟ ਐਪਰੋਪ੍ਰੀਏਟ ਵਨ ਵਰਡ ਫॉर द ਅੰਡਰਲਾਈਨ ਫਰੇਜ਼। ਹੁਣ ਆਪਣੇ ਕੋਲੇ ਇੱਕ ਫਰੇਜ਼ ਦਿੱਤੀ ਹੋਈ ਹੈ ਦਾ ਸਟੱਡੀ ਆਫ ਪੋਪੂਲੇਸ਼ਨ ਜੋ ਕਿ ਅੰਡਰਲਾਈਨ ਕੀਤੀ ਹੈ। ਆਪਾਂ ਫਾਈਂਡ ਆਊਟ ਕਰਨਾ ਹੈ ਵਨ ਵਰਡ ਫॉर ਦਿਸ ਫਰੇਜ਼। ਦ ਸਟੱਡੀ ਆਫ ਪੋਪੂਲੇਸ਼ਨ ਇਜ਼ ਨੋਨ ਐਜ਼, ਤਾਂ ਕੀ ਕਹਿੰਦੇ ਜਦੋਂ ਪੋਪੂਲੇਸ਼ਨ ਦੀ ਸਟੱਡੀ ਕਰਦੇ ਹੋ, सिनेमैटोग्राफी, सेंसस, डेमोग्राफी और एक्सप्लोजन। तो ਹੁਣ ਆਪਾਂ ਵਰਡ ਜਿਹੜਾ ਡਿਸਕਸ ਕੀਤਾ ਦੈਟ ਇਜ਼ ਡੈਮੋਗ੍ਰਾਫੀ। ਫਰਸਟ ਹੀ ਈਡੀ ਆਪਣਾ ਵਰਡ ਸੀ ਜਿਹੜਾ ਆਪਾਂ ਡਿਸਕਸ ਕੀਤਾ ਸੀ, ਫਿਰ ਡਿਸਕਸ ਕੀਤੀ ਸੀ, ਉਹਦਾ ਮੀਨਿੰਗ ਕੀ ਸੀ ਡੈਮੋਗ੍ਰਾਫੀ। ਪੋਪੂਲੇਸ਼ਨ ਦੀ ਸਟੱਡੀ, ਡਾਇਨਾਮਿਕਸ ਦੀ ਸਟੱਡੀ ਨੂੰ ਕੀ ਕਿਹਾ ਜਾਂਦਾ ਹੈ, ਡੈਮੋਗ੍ਰਾਫੀ। ਅੱਗੇ ਤੁਹਾਡੇ ਕੋਲੇ next question that is related to idiom। select the most appropriate meaning of the idiom underlined below। ਹੁਣ ਆਪਣੇ ਕੋਲ ਇੱਕ idiom ਲਿਖਿਆ ਹੋਇਆ ਹੈ, ਉਹਨੂੰ ਅੰਡਰਲਾਈਨ ਕੀਤਾ ਹੋਇਆ, ਤੇ ਆਪਾਂ ਦੱਸਣਾ ਕਿ ਉਹਦਾ ਮੀਨਿੰਗ ਦੱਸਣਾ ਕਿ ਕਿਹੜਾ ਮੀਨਿੰਗ ਹੈ ਜਿਹੜਾ ਉਹਦਾ ਬਿਲਕੁਲ ਸਹੀ ਹੈ। ਫਿਟ ਐਜ਼ ਫਿਡਲ, ਤਾਂ ਤੁਸੀਂ ਐਜ਼ ਫਿਟ ਐਜ਼ ਫਿਡਲ ਕਹਿ ਲਓ ਚਾਹੇ ਫਿਟ ਐਜ਼ ਫਿਡਲ, ਦਾ ਦੋਵਾਂ ਦਾ ਮੀਨਿੰਗ ਕੀ ਹੈ ਤੁਹਾਡੇ ਕੋਲੇ ਹੈਲਥੀ ਹੋਣਾ। ਹੁਣ ਫਿਟ ਤੋਂ ਜਾ ਰੱਖਿਆ ਸੀ ਨਾ ਆਪਾਂ, ਫਿਟ ਦਾ ਮੀਨਿੰਗ ਕੀ ਹੁੰਦਾ ਹੈਲਥੀ। ਤਾਂ ਦੇਖੋ ਹੁਣ ਕਿਹੜੇ ਵਾਲੇ ਆਪਣੇ ਕੋਲੇ ਆਪਸ਼ਨ ਦੇ ਵਿੱਚ ਹੈਲਥੀ ਮੀਨਿੰਗ ਦਿੱਤਾ ਹੈ, ਟੂ ਬੀ ਇਨ ਐਕਸੀਲੈਂਟ ਹੈਲਥ ਐਂਡ ਗੁੱਡ ਵਰਕਿੰਗ ਆਰਡਰ। ਅੱਗੇ ਵੀ ਪੜਾਂਗੇ ਅਬਾਊਟ ਟੂ ਬਾਈ ਗੁੱਡ ਮਿਊਜ਼ੀਕਲ ਇੰਸਟਰੂਮੈਂਟ। ਹੁਣ ਇੰਸਟਰੂਮੈਂਟ ਦੀ ਤਾਂ ਆਪਾਂ ਗੱਲ ਹੀ ਨਹੀਂ ਕੀਤੀ ਸੀ, ਸੋ ਇਹ ਵਾਲਾ ਤਾਂ ਰੌਂਗ। ਰੈਡੀ ਟੂ ਸਟਾਰਟ ਪਲੇਇੰਗ ਅ ਫਿਡਲ, ਨੋ ਇਹਦਾ ਵੀ ਮੀਨਿੰਗ ਰੌਂਗ ਹੈ। ਟੂ ਹੈਵ ਐਨ ਐਕਸਪੈਂਸਿਵ ਮਿਊਜ਼ੀਕਲ ਇੰਸਟਰੂਮੈਂਟ, ਅਗੇਨ ਤੁਹਾਡੇ ਕੋਲ ਮਿਊਜ਼ੀਕਲ ਇੰਸਟਰੂਮੈਂਟ, ਇੱਥੇ ਮਿਊਜ਼ੀਕਲ ਇੰਸਟਰੂਮੈਂਟ ਕਿੱਧਰੋਂ ਆ ਗਿਆ, ਤਾਂ ਆਪਾਂ ਦੇਖਾਂਗੇ ਫਿਟ। ਫਿਟ ਦਾ ਮੀਨਿੰਗ ਹੁੰਦਾ ਕੋਈ ਹੈਲਥ ਨੂੰ ਹੈ, ਹੈਲਥ ਵਾਸਤੇ ਆਪਾਂ ਯੂਜ਼ ਕੀਤਾ ਸੀ ਸਟਰੋਂਗ ਹੈਲਥ। ਤਾਂ ਅੱਗੇ ਕੀ ਆ ਜਾਏਗਾ ਤੁਹਾਡੇ ਕੋਲ ਆਂਸਰ, ਇਹ ਆ ਜਾਏਗਾ ਟੂ ਬੀ ਇਨ ਐਕਸੀਲੈਂਟ ਹੈਲਥ ਐਂਡ ਗੁੱਡ ਵਰਕਿੰਗ ਆਰਡਰ। ਸੋ ਇਹ ਸੀ ਅੱਜ ਦਾ ਜਿਹੜਾ ਆਪਾਂ ਬਤੌਰ ਦੇ ਕੁਐਸਚਨ ਡਿਸਕਸ ਕੀਤਾ ਹੈ। ਇਹਦੇ ਨਾਲ ਹੀ ਜਿਹੜੀ ਆਪਾਂ ਅੱਜ ਦੀ ਕਲਾਸ ਓਵਰ ਕਰਦੇ ਹਾਂ। ਤੇ ਜਿੰਨੇ ਵੀ ਆਪਾਂ ਵਰਡ ਕੀਤੇ ਆ 6 ਵਨ ਵਰਡ ਸਬਸਟੀਟਿਊਸ਼ਨ, 6 ਇਡੀਅਮ ਫਰੇਜ਼ਸ ਪਲੱਸ 6 ਤੁਹਾਡੇ ਸਿਨੋਨਿਮ ਐਂਟੋਨਿਮ ਡਿਸਕਸ ਹੋਏ, ਉਹਨਾਂ ਨੂੰ ਚੰਗੇ ਤਰੀਕੇ ਨਾਲ ਤੁਸੀਂ ਰਿਵਾਈਜ਼ ਕਰ ਲੈਣਾ, ਯਾਦ ਕਰ ਲੈਣਾ। ਤੇ ਜਿਹੜੇ ਕੁਐਸਚਨ ਆਪਾਂ ਪ੍ਰੈਕਟਿਸ ਕੀਤੇ ਆ ਇਹਨਾਂ ਨੂੰ ਧਿਆਨ ਨਾਲ ਜਿਹੜੇ ਪੜ੍ਹ ਕੇ ਅਟੈਂਪਟ ਕਰਨ ਦੀ ਕੋਸ਼ਿਸ਼ ਕਰਨੀ। ਆਈ ਹੋਪ ਤੁਹਾਨੂੰ ਕਲਾਸ ਹੈ ਜਿਹੜੀ ਪਸੰਦ ਆਈ ਹੋਗੀ। ਜੇ ਤੇ ਆਪਣੀ ਕਲਾਸ ਹੈ ਜਿਹੜੀ ਵਧੀਆ ਲੱਗੀ, ਨਿਮੋਨਿਕਸ ਪਸੰਦ ਆਏ, ਵੋਕੈਬ ਦਾ ਕੁਐਸਚਨ ਹੈ ਜਿਹੜਾ ਤੁਹਾਡਾ ਈਜ਼ੀਲੀ ਤੁਹਾਡੇ ਯਾਦ ਹੋ ਰਿਹਾ, ਤੁਸੀਂ ਕਲਾਸ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਹੈ ਜਿਹੜਾ ਚੈਨਲ ਨੂੰ ਯੂਜ਼ ਕਰ ਜ਼ਰੂਰ ਕਰ ਲੈਣਾ। ਤੇ ਇਹਦੇ ਨਾਲ ਹੀ ਜਿਹੜਾ ਆਪਾਂ ਕਲਾਸ ਓਵਰ ਕਰਦੇ ਹਾਂ, ਮਿਲਦੇ ਹਾਂ ਨੈਕਸਟ ਸੈਸ਼ਨ ਦੇ ਵਿੱਚ। ਥੈਂਕ ਯੂ।